प्रोग्राम खास खबर देख रहे दर्शकों का स्वागत। मैं कमलजीत सिद्धू ते तुसीं देख रहे हो द पंजाब टॉक्स। गवर्नर वड्डा के सरकार, ये सवाल खड़ा हो रहा, दोनों का विवाद चलता पिया आ, मुख मंत्री दे विचाले ते गवर्नर दे विचाले, जां कह सकते हो सरकार दे विचाले ते राजपाल दे विचाले ये विवाद लगातार वध रहा आ। तो दूसरे पासे जस्टिन ट्रूडो का अपने राजदूत वापस बुलाने तो बाद पहला बयान सामने आया है। तो विदेश मंत्रालय ने ट्रूडो के इस सवाल के उत्ते ठोकवां जवाब दिता है जो उन्होंने बयान दिता है। तो पहली खबर वाल आने आ, ये राजपाल एक अजिही शक्ति है कि इस बारे पिछे जे जदों का विवाद शुरू होया आ, CM भगवंत मान होरां ने सवाल चुके सीगे कि आखिर ये शक्तियां, ये पावरां इन्हों किहने दित्तियां, किहड़े संविधान च किहड़े कानून दे विच लिखिया होया। और हैरानी की गल है कि एक लोकतंत्रक तरीके नाल चुनी हुई सरकार दे नुमाइंदियां नूं एक राजपाल उठ के ये गल कहनी शुरू कर देवे कि तुसीं गलत कर रहे हो, ये गैर कानूनी है, ये ला दे अनुसार नहीं, ये संविधान के अनुसार नहीं, तो फिर धमकियां वाला काम शुरू कर देवे। तो वो किते भगवंत मान सरकार नूं अखरदा है। तो उन्होंने हुण सुप्रीम कोर्ट जाण की गल की है, क्योंकि कई बिल ने जिन्हां दे उत्ते गवर्नर अपनी अड़ी नहीं छड्ड रहा। गवर्नर वो अड़ी करी बैठा आ, उस अड़ी करके हुण सुप्रीम कोर्ट जाना चाहती है पंजाब सरकार। मामला की है, दोबारा कुछ बिल भेजे सीगे जिहड़े कि नहीं गवर्नर ने उन्हां दे उत्ते दस्तखत कीते। हालांकि जिहड़ा ये इजलास 2 दिनों का बुलाया गया है, इसनूं भी गवर्नर ने गैर कानूनी दस्सिया सीगा। ਤਾਂ ਭਗਵੰਤ ਮਾਨ ਨੇ ਕੱਲ੍ਹ ਵੀ ਜਦੋਂ ਸੈਸ਼ਨ ਦਾ ਪਹਿਲਾ ਦਿਨ ਅਸੀਂ ਇਸ ਇਜਲਾਸ ਦਾ, ਉਸ ਦੇ ਵਿੱਚ ਕਹਿ ਦਿੱਤਾ ਸੀਗਾ ਕਿ ਅਸੀਂ ਉਦੋਂ ਤੱਕ ਕੋਈ ਬਿੱਲ ਪਾਸ ਨਹੀਂ ਕਰਾਂਗੇ ਇੱਥੇ ਵਿਧਾਨ ਸਭਾ ਵਿੱਚ ਜਿੰਨਾ ਚਿਰ ਤੱਕ ਅਸੀਂ ਇਹ ਸਾਬਤ ਨਹੀਂ ਕਰ ਦਿੰਦੇ ਕਿ ਇਹ ਜਿਹੜਾ ਇਜਲਾਸ ਬੁਲਾਇਆ ਗਿਆ ਆ ਇਹ ਕਾਨੂੰਨੀ ਹੈ। ਤਾਂ ਪੰਜਾਬ ਦੇ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਨੂੰ ਜਿਹੜੇ ਸੀਗੇ 3 ਮਣੀ ਬਿੱਲਾਂ ਨੂੰ ਵਿਧਾਨ ਸਭਾ ਵਿੱਚ ਪੇਸ਼ ਕਰਨ ਦੀ ਮਨਜ਼ੂਰੀ ਦੇਣ ਤੋਂ ਉਹਨੇ ਇਨਕਾਰ ਕਰ ਦਿੱਤਾ ਆ। ਉਹ ਪੰਜਾਬ ਸਰਕਾਰ ਨੇ ਭੇਜੇ ਸੀਗੇ ਮਨਜ਼ੂਰੀ ਵਾਸਤੇ। ਤੇ ਇਸ ਤੋਂ ਬਾਅਦ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਰਾਜਪਾਲ ਨੇ, ਤੇ ਉਹਨਾਂ ਕਿਹਾ ਕਿ ਉਹ ਪਹਿਲਾਂ ਹੀ 24 ਜੁਲਾਈ ਅਤੇ ਉਸ ਤੋਂ ਬਾਅਦ 12 ਅਕਤੂਬਰ ਦੀ ਚਿੱਠੀ ਰਾਹੀਂ ਸੰਕੇਤ ਦੇ ਚੁੱਕੇ ਨੇ ਕਿ ਇਸ ਤਰੀਕੇ ਨਾਲ ਇਜਲਾਸ ਸਦਨਾ ਸਪਸ਼ਟ ਤੌਰ ਤੇ ਗੈਰ ਕਾਨੂੰਨੀ ਹੈ। ਰਾਜਪਾਲ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਇਹਨਾਂ ਬਿੱਲਾਂ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ ਤਾਂ ਉਹ ਸਰਦ ਰੁੱਤ ਦੇ ਇਜਲਾਸ ਦੇ ਰੂਪ ਵਿੱਚ ਇਹਨਾਂ ਨੂੰ ਲਿਆ ਸਕਦੀ ਹੈ। ਨਾਲ ਹੀ ਰਾਜਪਾਲ ਨੇ ਸਖਤ ਸ਼ਬਦਾਂ ਵਿੱਚ ਕਿਹਾ ਹੈ ਕਿ ਜੇ ਸਰਕਾਰ ਸਪਸ਼ਟ ਤੌਰ ਦੇ ਉੱਤੇ 20 ਅਕਤੂਬਰ ਨੂੰ ਹੋਣ ਵਾਲੇ ਇਜਲਾਸ ਨੂੰ ਜਾਰੀ ਰੱਖਣ 'ਤੇ ਅੜੀ ਰਹਿੰਦੀ ਹੈ ਤਾਂ ਉਹ ਇਸ ਮਾਮਲੇ ਨੂੰ ਭਾਰਤ ਦੇ ਰਾਸ਼ਟਰਪਤੀ ਕੋਲੇ ਭੇਜ ਕੇ ਬਣਦੀ ਕਾਰਵਾਈ ਕਰਵਾਉਣ ਲਈ ਮਜਬੂਰ ਹੋ ਜਾਣਗੇ। ਇਹ ਕੋਈ ਅੱਜ ਨਵੀਂ ਗੱਲ ਨਹੀਂ ਕਿ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਧਮਕੀ ਦਿੱਤੀ ਆ। ਕਦੇ ਸੰਵਿਧਾਨ ਦੀਆਂ ਜਿਹੜੀਆਂ ਸੀਗੀਆਂ ਉਹ ਧਾਰਾਵਾਂ ਸਾਹਮਣੇ ਕਰਤੀਆਂ, ਕਦੇ ਰਾਸ਼ਟਰਪਤੀ ਕੋਲੇ ਗੱਲ ਕਰਨ ਦੀ ਧਮਕੀ ਦਿੱਤੀ, ਤੇ ਕਦੇ ਇਹ ਵੀ ਆ ਕਿ ਇਸ਼ਾਰਾ ਭਗਵੰਤ ਮਾਨ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਗਿੱਦੜ ਭਬਕੀਆਂ ਤੋਂ ਨਹੀਂ ਡਰਨ ਵਾਲੇ ਤੇ ਸਾਨੂੰ ਇਸ ਤਰੀਕੇ ਦੇ ਡਰਾਵੇ ਨਾ ਦਿਓ। ਔਰ ਪਹਿਲਾਂ ਵੀ ਭਗਵੰਤ ਮਾਨ ਕਹਿੰਦੇ ਆਏ ਆ ਕਿ ਮੈਂ ਇੱਥੋਂ ਦੇ ਕਰੋੜਾਂ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਆ, ਮੁੱਖ ਮੰਤਰੀ ਆ, ਮੈਂ ਉਹਨਾਂ ਨੂੰ ਜਵਾਬਦੇਹ ਆ, ਮੈਂ ਰਾਜਪਾਲ ਨੂੰ ਜਵਾਬਦੇਹ ਨਹੀਂ ਹੈਗਾ। ਔਰ ਖਾਸ ਤੌਰ 'ਤੇ ਜਿਹੜੀਆਂ ਰਾਜਪਾਲ ਦੀਆਂ ਸ਼ਕਤੀਆਂ ਉਹਦੇ ਵਾਸਤੇ ਇਹ ਗੱਲ ਚੁੱਕੀ ਸੀਗੀ। ਹੈਰਾਨੀ ਇਹ ਆਉਂਦੀ ਹੈ ਕਿ ਅੰਗਰੇਜ਼ਾਂ ਦੇ ਰਾਜ ਦਾ ਚੱਲਿਆ ਆ ਰਿਹਾ ਇਹ ਗਵਰਨਰੀ ਰਾਜ ਅੱਜ ਵੀ ਉਸੇ ਤਰ੍ਹਾਂ ਹੀ ਆ। ਉਸ ਸਮੇਂ ਕਿੰਨੇ ਗਵਰਨਰ ਹੁੰਦੇ ਸੀ, ਲਾਰਡ ਡਲਹੌਜ਼ੀ ਗਵਰਨਰ ਹੀ ਹੁੰਦਾ ਸੀ ਪੰਜਾਬ ਦਾ। ਤਾਂ ਜਾਣੀ ਅੰਗਰੇਜ਼ ਚਲੇ ਗਏ ਪਰ ਇਹ ਗਵਰਨਰੀ ਰਾਜ ਜਿਹੜਾ ਆ ਉਹ ਖਤਮ ਨਹੀਂ ਹੋਇਆ। ਮਹਾਰਾਜਾ ਰਣਜੀਤ ਸਿੰਘ ਰਾਜਕਾਲ ਤੋਂ ਬਾਅਦ ਲਾਰਡ ਡਲਹੌਜ਼ੀ ਦਾ ਪੰਜਾਬ ਦਾ ਗਵਰਨਰ ਜਨਰਲ ਰਿਹਾ ਆ। ਔਰ ਉਸ ਤੋਂ ਬਾਅਦ ਪਤਾ ਨਹੀਂ ਕਿੰਨੇ ਲਾਰਡ, ਕੋਈ ਕ੍ਰਿਪਸ ਆ ਗਿਆ ਅਤੇ ਕੋਈ ਲਾਰਡ ਆ ਗਿਆ ਅਤੇ ਕਦੇ ਕੋਈ ਲਾਰਡ ਆ ਗਿਆ। ਇਸ ਤਰ੍ਹਾਂ ਉਹ ਗਵਰਨਰ ਬਣਦੇ ਰਹੇ ਪੰਜਾਬ ਦੇ ਔਰ ਇੰਡੀਆ ਦੀ ਹਕੂਮਤ ਦੇ ਗਵਰਨਰ ਜਨਰਲ ਬਣਦੇ ਰਹੇ ਆ। ਇਸੇ ਤਰ੍ਹਾਂ ਹੀ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿਹੜੀ ਇਹ ਬਾਡੀ ਆ ਗਵਰਨਰ ਵਾਲੀ, ਕਿ ਜਦੋਂ ਲੋਕਾਂ ਨੇ ਇੱਕ ਨੁਮਾਇੰਦਾ ਚੁਣਤਾ, ਸਰਕਾਰ ਚੁਣਤੀ ਆ, ਹੁਣ ਸਰਕਾਰ ਜਾਣੇ ਉਹਦੀ ਜ਼ਿੰਮੇਵਾਰੀਆਂ ਜਾਣੇ। ਠੀਕ ਆ, ਜੇ ਉੱਪਰੋਂ ਕੋਈ ਕੇਂਦਰ ਜਾਂ ਰਾਸ਼ਟਰਪਤੀ ਉਹਨਾਂ ਵਾਸਤੇ ਕੁਛ ਕਰਨਾ ਚਾਹਵੇ ਤਾਂ ਉਹ ਕਰ ਸਕਦਾ। ਬਸ਼ਰਤੇ ਇਹ ਕੀ ਹੋਇਆ ਕਿ ਨਾਲ ਦੀ ਨਾਲ ਇੱਕ ਇਹੋ ਜਿਹਾ ਨੁਮਾਇੰਦਾ ਬਿਠਾ ਦਿੱਤਾ ਜਿਹੜਾ ਕਿ ਉਹ ਅੰਗਰੇਜ਼ਾਂ ਦੇ ਪੁਰਾਣੀ ਜਿਹੜੀ ਲੀਹ ਆ ਉਸੇ ਨੂੰ ਕੁੱਟਦੇ ਹੁਣ ਤੱਕ ਅਸੀਂ ਤੁਰੇ ਆਉਂਦੇ ਹਾਂ, ਉਹੀ ਕੰਮ ਹੁਣ ਹੋਈ ਜਾਂਦਾ ਆ। ਤਾਂ 20 ਅਕਤੂਬਰ ਨੂੰ ਜਿਹੜਾ ਇਜਲਾਸ ਕੱਲ੍ਹ ਸ਼ੁਰੂ ਹੋਇਆ, ਅੱਜ 21 ਤਰੀਕ ਹੋ ਗਈ ਆ। ਤਾਂ ਪੰਜਾਬ ਵਿਧਾਨ ਸਭਾ ਦੇ ਇਜਲਾਸ ਉੱਤੇ
ਦੁਚਿੱਤੀ ਬਣੀ ਹੋਈ ਸੀ, ਪਰ ਇਸ ਦੇ ਬਾਵਜੂਦ ਵੀ ਭਗਵੰਤ ਮਾਨ ਸਰਕਾਰ ਨੇ ਇਹ ਇਜਲਾਸ ਬੁਲਾ ਲਿਆ। ਰਾਜਪਾਲ ਇਸ ਇਜਲਾਸ ਨੂੰ ਗੈਰ ਕਾਨੂੰਨੀ ਕਰਾਰ ਦੇ ਚੁੱਕੇ ਸਨ, ਜਦੋਂ ਕਿ ਪੰਜਾਬ ਸਰਕਾਰ ਇਸ ਨੂੰ ਜਾਇਜ਼ ਦੱਸ ਰਹੀ ਹੈ। ਇਸ ਇਜਲਾਸ ਵਿੱਚ ਪੇਸ਼ ਕੀਤੇ ਜਾਣ ਵਾਲੇ 3 ਮਣੀ ਬਿੱਲਾਂ ਨੂੰ ਸਦਨ 'ਚ ਪੇਸ਼ ਕਰਨ ਲਈ ਰਾਜਪਾਲ ਦੀ ਮਨਜ਼ੂਰੀ ਜ਼ਰੂਰੀ ਹੈ, ਪਰ ਰਾਜਪਾਲ ਨੇ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਇਹ 3 ਬਿੱਲ ਕਿਹੜੇ ਸਨ, ਇਹਨਾਂ ਤੇ ਗੱਲ ਕਰਦੇ ਹਾਂ। ਇਹ 3 ਬਿੱਲ ਕਿਹੜੇ ਸਨ, ਇਹਨਾਂ ਤੇ ਗੱਲ ਕਰਦੇ ਹਾਂ। ਪੰਜਾਬ ਫਿਜ਼ੀਕਲ ਰਿਸਪਾਂਸੀਬਿਲਟੀ ਐਂਡ ਬਜਟ ਮੈਨੇਜਮੈਂਟ, ਜਿਹਨੂੰ ਅਮੈਂਡਮੈਂਟ ਬਿੱਲ ਕਹਿੰਦੇ ਆ, ਇਹ 2023 ਦਾ ਸੀਗਾ। ਇਸੇ ਤਰ੍ਹਾਂ ਹੀ ਪੰਜਾਬ ਗੁੱਡਸ ਐਂਡ ਸਰਵਿਸਿਜ਼ ਟੈਕਸਿਸ ਅਮੈਂਡਮੈਂਟ ਬਿੱਲ ਜਿਹੜਾ ਸੀ 2023 ਸੀ, ਤੇ ਇੰਡੀਅਨ ਸਟੈਂਪ ਪੰਜਾਬ ਅਮੈਂਡਮੈਂਟ ਬਿੱਲ 2023 ਸੀ। ਇਹ 3 ਬਿੱਲ ਸੀ ਜਿਨ੍ਹਾਂ ਦੇ ਉੱਤੇ ਦਸਤਖਤ ਕਰਵਾਉਣ ਲਈ ਰਾਜਪਾਲ ਦੇ ਕੋਲੇ ਮਨਜ਼ੂਰੀ ਲਈ ਜਾਣੇ ਸਨ। ਰਾਜਪਾਲ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਮੈਨੂੰ 20 ਅਕਤੂਬਰ ਤੋਂ 16ਵੀਂ ਪੰਜਾਬ ਵਿਧਾਨ ਸਭਾ ਦੇ ਚੌਥੇ ਬਜਟ ਸੈਸ਼ਨ ਦੇ ਵਿਸ਼ੇਸ਼ ਇਜਲਾਸ 'ਚ ਪੇਸ਼ਕਾਰੀ ਲਈ ਮੇਰੀ ਪ੍ਰਵਾਨਗੀ ਲਈ ਭੇਜੇ ਗਏ ਮਣੀ ਬਿੱਲ ਪ੍ਰਾਪਤ ਹੋਏ ਨੇ। ਮੈਂ ਪਹਿਲਾਂ 24 ਜੁਲਾਈ ਅਤੇ 12 ਜੁਲਾਈ 2023 ਨੂੰ ਚਿੱਠੀਆਂ ਰਾਹੀਂ ਸੰਕੇਤ ਦਿੱਤਾ ਆ ਕਿ ਇਸ ਤਰ੍ਹਾਂ ਇਜਲਾਸ ਸੱਦਣਾ ਗੈਰ ਕਾਨੂੰਨੀ ਹੈ। ਜਿਵੇਂ ਹੀ ਬਜਟ ਇਜਲਾਸ ਖਤਮ ਹੋਇਆ, ਅਜਿਹਾ ਕੋਈ ਵੀ ਵਿਸਥਾਰਤ ਇਜਲਾਸ ਗੈਰ ਕਾਨੂੰਨੀ ਹੋਣਾ ਯਕੀਨੀ ਹੈ ਅਤੇ ਅਜਿਹੇ ਇਜਲਾਸਾਂ ਦੌਰਾਨ ਆਯੋਜਿਤ ਕੋਈ ਵੀ ਕੰਮਕਾਜ ਗੈਰ ਕਾਨੂੰਨੀ ਅਤੇ ਸ਼ੁਰੂ ਤੋਂ ਹੀ ਸਿਫਰ ਹੋਣ ਦੀ ਸੰਭਾਵਨਾ ਹੈ। ਜਿਹੜੇ ਉਹਨੂੰ ਮੰਨਿਆ ਨਹੀਂ ਜਾਊਗਾ, ਰਾਜਪਾਲ ਇਸ ਗੱਲ ਤੇ ਅੜਿਆ ਹੋਇਆ ਵੀ ਉਹਨੂੰ ਮੰਨਿਆ ਹੀ ਨਹੀਂ ਜਾਣਾ ਤੇ ਉਹ ਮਤਲਬ ਗੈਰ ਕਾਨੂੰਨੀ ਆ, ਮਤਲਬ ਉਹਨੂੰ ਸੰਵਿਧਾਨ ਅਨੁਸਾਰ ਉਹਨੂੰ ਗੈਰ ਕਾਨੂੰਨੀ ਦੱਸਿਆ ਗਿਆ, ਯਾਨੀ ਉਹਦੀ ਕੋਈ ਅਹਿਮਤ ਨਹੀਂ ਹੈ। ਜੋ ਗੱਲਾਂ ਕੀਤੀਆਂ ਜਾਣਗੀਆਂ, ਜੇ ਕੋਈ ਬਿੱਲ ਵੀ ਪਾਸ ਹੋਊਗਾ, ਵੈਸੇ ਤਾਂ ਭਗਵੰਤ ਮਾਨ ਸਰਕਾਰ ਨੇ ਕਿਹਾ ਕਿ ਬਿੱਲ ਪਾਸ ਕਰਨਾ ਹੀ ਨਹੀਂ ਮੈਂ ਕੋਈ, ਕਿਉਂਕਿ ਇਹਨੂੰ ਰਾਜਪਾਲ ਨੇ ਗੈਰ ਕਾਨੂੰਨੀ ਕਿਹਾ ਆ ਔਰ ਅਸੀਂ ਇਹਨੂੰ ਸਿੱਧ ਕਰਾਂਗੇ ਕਿ ਇਹ ਕਾਨੂੰਨੀ ਹੈ ਔਰ ਸਾਡਾ ਹੱਕ ਬਣਦਾ ਸੀ। ਕਿਉਂਕਿ ਮੁੱਦਾ ਕੀ ਸੀਗਾ ਕਿ ਜਿਵੇਂ ਕਿ ਹੁਣ 1 ਨਵੰਬਰ ਨੂੰ ਵਿਰੋਧੀ ਧਿਰਾਂ ਨੂੰ ਲੈ ਕੇ ਇੱਕ ਵਿਸ਼ੇਸ਼ ਬੈਠਕ ਸੱਦੀ ਗਈ ਆ, ਜਿਹਦੇ ਵਿੱਚ ਇਹ ਚਰਚਾ ਕੀਤੀ ਜਾਊਗੀ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ SYL ਦੇ ਮੁੱਦੇ ਉੱਤੇ, ਕਿਉਂਕਿ ਵਿਰੋਧੀ ਪਾਰਟੀਆਂ ਵਾਰ-ਵਾਰ ਭਗਵੰਤ ਮਾਨ ਸਰਕਾਰ ਨੂੰ ਘੇਰਦੀਆਂ ਆ ਰਹੀਆਂ ਸੀਗੀਆਂ। ਤੇ ਇੱਥੇ ਉਹਨਾਂ ਨੇ ਕਿਹਾ ਸੀਗਾ ਕਿ ਉਸ ਤੋਂ ਪਹਿਲਾਂ ਮੈਂ ਇਹ ਇਜਲਾਸ ਸੱਦਣਾ ਚਾਹੁੰਦਾ ਤੇ ਇਸ ਇਜਲਾਸ ਦੇ ਵਿੱਚ ਵੀ ਕੁਝ ਚਰਚਾ ਹੋਊਗੀ। ਹਾਲਾਂਕਿ ਕੱਲ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਗਵੰਤ ਮਾਨ ਜਦੋਂ ਬੋਲ ਰਹੇ ਸੀਗੇ ਤੇ ਬਾਜਵਾ ਨੇ ਵਿੱਚ ਟੋਕਾ ਟਕਾਈ ਕਰਨੀ ਸ਼ੁਰੂ ਕਰ ਦਿੱਤੀ ਔਰ ਬਾਜਵਾ ਹੋਰਾਂ ਦੀ ਗੱਲ ਤੋਂ ਅੱਗੇ ਹੀ ਆਇਆ ਕਿ ਬਹੁਤ ਉਹਨਾਂ ਦੀ ਜਿਹੜੀ ਲਬੋ ਲਹਿਜਾ ਬੋਲਣ ਦਾ ਤਰੀਕਾ ਆ ਉਹ ਬਹੁਤ ਜ਼ਿਆਦਾ ਸਖਤ ਹੁੰਦਾ ਔਰ ਇੱਥੋਂ ਤੱਕ ਕਿ ਬਾਜਵਾ ਦੀਆਂ ਬਹੁਤ ਸਾਰੀਆਂ ਵੀਡੀਓ ਵੀ ਇੱਦਾਂ ਦੀਆਂ ਜਿੱਥੇ ਉਹ ਪੱਤਰਕਾਰਾਂ ਨਾਲ ਵੀ ਬਦਸਲੂਕੀਆਂ ਕਰਦੇ ਨਜ਼ਰ ਆਉਂਦੇ ਆ। ਇੱਕ ਵਾਰੀ ਇੱਕ ਪੱਤਰਕਾਰ ਇੱਦਾਂ ਹੀ ਸੀਗਾ, ਕੋਈ ਇੰਟਰਵਿਊ ਲੈਣ ਚਲਾ ਗਿਆ ਤੇ ਉਹਨੇ ਕੋਈ ਸਵਾਲ ਪੁੱਛ ਲਿਆ ਤੇ ਅੱਗੋਂ ਉਹਨੂੰ ਜਵਾਬ ਦਿੱਤਾ ਕਿ ਮੈਂ ਤੈਨੂੰ ਕਿਉਂ ਦੱਸਾਂ, ਤੂੰ ਮੇਰਾ ਕੀ ਲੱਗਦਾ, ਤੂੰ ਮੇਰੇ ਮਾਮੇ ਦਾ ਪੁੱਤ ਲੱਗਦਾ, ਜਾਂ ਇੱਦਾਂ ਦੀ ਕੋਈ ਗੱਲ ਕੀਤੀ, ਮੈਂ ਤੈਨੂੰ ਕਿਉਂ ਦੱਸਾਂ। ਜ਼ਾਹਿਰ ਹੈ ਕਿ ਪੱਤਰਕਾਰ ਜਦੋਂ ਕੋਈ ਸਵਾਲ ਪੁੱਛਦੇ ਆ ਤੇ ਪੱਤਰਕਾਰ ਹੁਣ ਜਦੋਂ ਇੱਕ ਅੰਦਾਜ਼ ਵਿੱਚ ਬੈਠਾ ਕਿਸੇ ਨਾਲ ਟਾਕਿੰਗ ਕਰ ਰਿਹਾ ਹੁੰਦਾ ਤੇ ਉਹਨੂੰ ਵਿਚਾਰੇ ਨੂੰ ਬੜੇ ਮਹਿਸੂਸ ਹੁੰਦਾ ਹੈ ਔਰ ਇੱਦਾਂ ਕਰਕੇ ਉਸ ਪੱਤਰਕਾਰ ਦਾ ਹਿਆ ਲਾ ਕੇ ਰੱਖ ਦਿੱਤਾ। ਤਾਂ ਬੰਦੇ ਦੀ ਜਿਹੜੀ ਆਦਤ ਬਣੀ ਹੋਵੇ, ਲਬੋ ਲਹਿਜਾ ਜਿਹੜਾ ਬਣਿਆ ਹੋਵੇ ਬੋਲਣ ਦਾ, ਉਹ ਹਰ ਜਗ੍ਹਾ ਉਹੀ ਚੱਲਦਾ ਆ। ਤੇ ਇਹੀ ਪ੍ਰਤਾਪ ਸਿੰਘ ਬਾਜਵਾ ਨੇ ਕੱਲ ਆਪਣੀ ਉਸੇ ਆਦਤ ਦੇ ਮੂਜਬ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਤੂੰ ਤੜਕ ਦੇ ਉੱਤੇ ਗੱਲਾਂ ਕਹਿ ਦਿੱਤੀਆਂ। ਤੂੰ ਦੇ ਉੱਤੇ ਆ ਗਏ ਇੱਕ ਮੁੱਖ ਮੰਤਰੀ, ਚਾਹੇ ਉਹ ਜਿੰਨਾ ਮਰਜ਼ੀ ਦੁਸ਼ਮਣ ਹੋਵੇ, ਵਿਰੋਧੀ ਹੋਵੇ, ਗੈਰ ਵਿਰੋਧੀ ਹੋਵੇ ਔਰ ਵਿਰੋਧੀ ਪਾਰਟੀ ਧਿਰ ਦਾ ਹੋਵੇ, ਕੋਈ ਵੀ ਹੋਵੇ, ਪਰ ਉਸ ਨੂੰ ਤੂੰ ਕਹਿ ਕੇ ਅੱਜ ਤੱਕ ਕਿਸੇ ਬਦਤਮੀਜ਼ ਤੋਂ ਬਦਤਮੀਜ਼ ਬੰਦੇ ਨੇ ਵੀ ਸੰਬੋਧਨ ਨਹੀਂ ਕੀਤਾ ਜਿਸ ਤਰੀਕੇ ਨਾਲ ਕਿ ਕੱਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ। ਬਾਅਦ ਵਿੱਚ ਜਦੋਂ ਮੀਡੀਆ ਨੇ ਬਾਜਵੇ ਨੂੰ ਬਾਹਰ ਜਾਂਦੇ ਨੂੰ ਘੇਰਿਆ ਤਾਂ ਉਸ ਦਾ ਜਵਾਬ ਸੀਗਾ ਕਿ ਮੈਂ ਪਾਗਲ ਹਾਂ, ਮੇਰਾ ਕੋਈ ਦਿਮਾਗ ਖਰਾਬ ਆ, ਮੈਂ ਇੱਦਾਂ ਦੀ ਜਿਹੜੀ ਲੈਂਗੁਏਜ ਬੋਲ ਸਕਦਾ। ਸੋ ਉੱਥੇ ਵੀ ਜਿਹੜੇ ਮੁੱਦੇ ਉੱਠਣੇ ਚਾਹੀਦੇ ਸੀ। ਹਾਲਾਂਕਿ ਇਜਲਾਸ ਜਿਹੜਾ ਸੀਗਾ ਕੱਲ ਅੱਧੇ ਦਿਨ ਤੋਂ ਬਾਅਦ ਹੀ ਖਤਮ ਕਰ ਦਿੱਤਾ ਗਿਆ ਸੀਗਾ। ਉਹ ਪਹਿਲਾ ਦਿਨ ਸੀ, ਅੱਜ ਦੂਜਾ ਦਿਨ ਹੈ। ਤਾਂ ਉਸ ਦੇ ਵਿੱਚ ਯਾਨੀ ਕੋਈ ਮੁੱਦੇ ਉੱਤੇ ਜਿਹੜੀ ਗੱਲ ਕਰਨੀ ਸੀਗੀ, ਕਿਉਂਕਿ ਅਕਾਲੀ ਵੀ ਕੱਲ ਘੇਰੀ ਬੈਠੇ ਸੀ ਭਗਵੰਤ ਮਾਨ ਸਰਕਾਰ ਨੂੰ, ਕਾਫੀ ਸਾਰੇ ਚਰਚਾ ਸੀਗੀ ਔਰ SYL ਨਹਿਰ ਨੂੰ ਲੈ ਕੇ ਹੀ ਘੇਰੀ ਬੈਠੇ ਸੀ। ਹਾਲਾਂਕਿ ਅਕਾਲੀ ਕਦੇ ਆਪਦੀ ਪੀੜ੍ਹੀ ਥੱਲੇ ਸੋਟਾਂ ਨਹੀਂ ਮਾਰਦੇ ਵੀ ਤੁਹਾਡੀਆਂ ਦਿੱਤੀਆਂ ਕੀਤੀਆਂ ਕਰਤੂਤਾਂ, ਤੁਹਾਡੀਆਂ ਹੱਥਾਂ ਨਾਲ ਦਿੱਤੀਆਂ ਗੰਢਾਂ ਅੱਜ ਭਗਵੰਤ ਮਾਨ ਸਰਕਾਰ ਨੂੰ ਹੱਥੀਂ ਖੋਲ੍ਹਣੀਆਂ ਪੈ ਰਹੀਆਂ, ਕਿਉਂਕਿ ਤੁਸੀਂ ਦੋਵਾਂ ਪਾਰਟੀਆਂ ਨੇ, ਜੇ ਕਾਂਗਰਸ ਤੇ ਅਕਾਲੀਆਂ ਨੇ ਸਟੈਪ ਲਿਆ ਹੁੰਦਾ ਤੇ ਅੱਜ ਪੰਜਾਬ ਇਸ ਵਿਖੜੇ ਪਿੰਡ ਦੇ ਉੱਤੇ SYL ਨਹਿਰ ਨੂੰ ਲੈ ਕੇ ਨਾ ਪੈਂਦਾ, ਜਿਹੜਾ ਹੁਣ ਦੁਚਿੱਤੀ ਦੇ ਵਿੱਚ ਫਸਿਆ ਹੋਇਆ ਆ। ਅੱਛਾ, ਜਿਵੇਂ ਹੀ ਬਜਟ ਇਜਲਾਸ ਖਤਮ ਹੋਇਆ, ਅਜਿਹਾ ਕੋਈ ਵੀ ਵਿਸਥਾਰਤ ਇਜਲਾਸ ਗੈਰ ਕਾਨੂੰਨੀ ਹੋਣਾ ਯਕੀਨੀ ਹੈ। ਜ਼ਾਹਿਰ ਹੈ ਇਹੀ ਗੱਲ ਕਹੀ ਜਾਊਗੀ ਤੇ ਅਜਿਹੇ ਇਜਲਾਸਾਂ ਦੌਰਾਨ ਜਿਵੇਂ ਮੈਂ ਗੱਲ ਕੀਤੀ ਕਿ ਕੋਈ ਵੀ ਕੰਮ ਜਿਹੜਾ ਆ ਉਸ ਨੂੰ ਕਾਨੂੰਨੀ ਰੂਪ ਦੇ ਵਿੱਚ ਮੰਨਿਆ ਨਹੀਂ ਜਾਊਗਾ। ਹੁਣ ਇਹ ਜਿਹੜੀ ਗੱਲ ਦੇ ਉੱਤੇ ਰਾਜਪਾਲ ਬਣਵਾਰੀ ਲਾਲ ਪੁਰੋਹਿਤ ਜੀ ਅੜੇ ਹੋਏ ਆ, ਉਹਦਾ ਜਵਾਬ ਹੁਣ ਭਗਵੰਤ ਮਾਨ ਸਰਕਾਰ ਦੇ ਰਹੀ ਹੈ। ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਰਾਜਪਾਲ ਵੱਲੋਂ ਵਾਰ-ਵਾਰ ਚਿੱਠੀਆਂ ਲਿਖਣ ਅਤੇ ਇਜਲਾਸ ਨੂੰ
ਪ੍ਰਵਾਨਗੀ ਨਾ ਦੇਣ ਦੇ ਉੱਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਸਹੁੰ ਚੁਕਾਉਣੀ ਅਤੇ ਸਹੁੰ ਚੁੱਕਣੀ 'ਚ ਬਹੁਤ ਫਰਕ ਹੁੰਦਾ ਆ। ਸ਼ਾਇਦ ਰਾਜਪਾਲ ਇਹ ਸਮਝ ਗਏ ਨੇ ਕਿ 16 ਮਾਰਚ ਨੂੰ ਖਟਕੜ ਕਲਾਂ ਮੈਂ ਸਹੁੰ ਚੁੱਕੀ ਸੀ। ਉਹਨਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਖੁਸ਼ਹਾਲ ਭਵਿੱਖ ਲਈ ਕੰਮ ਨਹੀਂ ਕਰਾਂਗੇ ਤਾਂ ਲੋਕ ਸਾਨੂੰ 2027 'ਚ ਬਦਲ ਦੇਣਗੇ, ਕਿਉਂਕਿ ਇਹ ਲੋਕਾਂ ਦਾ ਹੱਕ ਹੈ। ਉਹਨੇ ਕਿਹਾ ਕਿ ਜਾਂ ਤਾਂ ਉਹਨਾਂ ਨੂੰ ਇਹ ਲੱਗਦਾ ਆ ਕਿ ਪੰਜਾਬ 'ਚ ਗਵਰਨਰ ਰਾਜ ਹੈ ਜਾਂ ਫਿਰ ਉਹ ਦਿੱਲੀ ਦੇ ਐਲਜੀ ਹਨ, ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਇਸ ਲਈ ਲੋਕਾਂ ਦੀ ਭਲਾਈ ਦੇ ਕੰਮਾਂ 'ਚ ਅੜਿੱਕੇ ਪਾਉਣੇ ਵਧੀਆ ਗੱਲ ਨਹੀਂ ਹੈ। ਇਹ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ ਕਿ ਅਸੀਂ ਇਸ ਅਜਲਾਸ ਨੂੰ ਅੱਗੇ ਵਧਾ ਕੇ ਅਗਲੀ ਸੀਟਿੰਗ ਲੈ ਰਹੇ ਹਾਂ, ਸਗੋਂ ਪਹਿਲਾਂ ਵੀ ਅਜਿਹਾ ਹੋ ਚੁੱਕਿਆ ਆ। ਉਹਨਾਂ ਦੱਸਿਆ ਕਿ ਰਾਜਪਾਲ ਨੇ ਇਹ ਕਿਹਾ ਹੈ ਕਿ ਜੇਕਰ ਅਸੀਂ ਇਹ ਗੈਰ ਕਾਨੂੰਨੀ ਅਜਲਾਸ ਰੱਖਿਆ ਤਾਂ ਉਹ ਰਾਸ਼ਟਰਪਤੀ ਕੋਲੇ ਸ਼ਿਕਾਇਤ ਕਰਨਗੇ। ਉਹਨਾਂ ਕਿਹਾ ਕਿ ਇਹ ਸਰਾਸਰ ਪੰਜਾਬ ਦੇ ਲੋਕਾਂ ਨਾਲ ਧੱਕਾ ਆ। ਉਹਨਾਂ ਕਿਹਾ ਕਿ ਇਹ ਇਜਲਾਸ 20 ਦਿਨਾਂ ਦਾ ਕਰ ਲਓ ਭਾਵੇਂ 2 ਦਿਨਾਂ ਦਾ, ਪਰ ਇਹ ਗੱਲ ਨਾ ਕਹੋ ਕਿ ਇਹ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਰੋਜ਼-ਰੋਜ਼ ਦਾ ਝਗੜਾ ਜ਼ਿਆਦਾ ਵਧੇ ਅਤੇ ਗਵਰਨਰ ਹਾਊਸ ਦੀ ਕੜੱਤਣ ਸਰਕਾਰ ਨਾਲ ਹੋਵੇ। ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਅਸੀਂ ਪੰਜਾਬੀਆਂ ਨੂੰ ਯਕੀਨ ਨਹੀਂ ਦਿਵਾ ਦਿੰਦੇ ਕਿ ਇਹ ਇਜਲਾਸ ਕਾਨੂੰਨੀ ਹੈ, ਉਦੋਂ ਤੱਕ ਅਸੀਂ ਕੋਈ ਬਿੱਲ ਪੇਸ਼ ਨਹੀਂ ਕਰਾਂਗੇ, ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ। ਇਸ ਤੋਂ ਬਾਅਦ ਰਾਜਪਾਲ ਨੂੰ ਸਾਰੇ ਬਿੱਲਾਂ ਦੀ ਪ੍ਰਵਾਨਗੀ ਵੀ ਦੇਣੀ ਪੈਣੀ ਹੈ ਅਤੇ ਦਸਤਖਤ ਵੀ ਕਰਨੇ ਪੈਣੇ ਆ। ਉਹਨਾਂ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਦਾ ਬੂਹਾ ਖੜਕਾਵਾਂਗੇ। 30 ਤਰੀਕ ਨੂੰ ਅਸੀਂ ਸੁਪਰੀਮ ਕੋਰਟ ਜਾਵਾਂਗੇ ਅਤੇ ਫਿਰ ਨਵੰਬਰ ਮਹੀਨੇ ਇਸ ਤੋਂ ਵੀ ਵੱਡਾ ਇਜਲਾਸ ਸੱਦਾਂਗੇ। ਇਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ। ਤੇ ਉਧਰ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੋਸ਼ ਲਗਾਇਆ ਹੈ ਇਸ ਮਾਮਲੇ ਨੂੰ ਲੈ ਕੇ ਕਿ ਉਹ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਜਾਣ ਬੁੱਝ ਕੇ ਟਕਰਾਅ ਵਧਾ ਰਹੇ ਨੇ। ਪ੍ਰੈਸ ਬਿਆਨ ਵਿੱਚ ਉਹਨਾਂ ਨੇ ਕਿਹਾ ਕਿ ਰਾਜਪਾਲ ਮੁੱਖ ਮੰਤਰੀ ਨੂੰ ਸੰਵਿਧਾਨ ਅਨੁਸਾਰ ਸਲਾਹ ਦੇ ਰਹੇ ਨੇ, ਪਰ ਸੱਤਾ ਦੇ ਨਸ਼ੇ ਦੇ ਵਿੱਚ ਮੁੱਖ ਮੰਤਰੀ ਸਰਕਾਰ ਅਤੇ ਵਿਧਾਨ ਸਭਾ ਨੂੰ ਆਪਣੀ ਪਾਰਟੀ ਵਾਂਗੂ ਚਲਾਉਣਾ ਚਾਹੁੰਦੇ ਨੇ। ਰਾਜਪਾਲ ਦਾ ਇਹ ਕਹਿਣਾ ਬਿਲਕੁਲ ਜਾਇਜ਼ ਹੈ ਅਤੇ ਸੰਵਿਧਾਨਕ ਹੈ ਕਿ ਸਦਨ ਨੂੰ ਵਾਰ-ਵਾਰ ਮੁਲਤਵੀ ਕਰਨ ਦੀ ਬਜਾਏ ਵਿਧਾਨ ਸਭਾ ਦਾ ਨਵਾਂ ਸੈਸ਼ਨ ਬੁਲਾਇਆ ਜਾਵੇ। ਸੁਭਾਸ਼ ਸ਼ਰਮਾ ਨੇ ਕਿਹਾ ਹੈ ਕਿ ਇਸ ਸਭ ਦਾ ਮੁੱਖ ਕਾਰਨ ਇਹ ਹੈ ਕਿ ਭਗਵੰਤ ਮਾਨ ਕੋਲੇ ਪ੍ਰਸ਼ਾਸਨ ਦਾ ਕੋਈ ਤਜਰਬਾ ਨਹੀਂ ਹੈ। ਉਹ ਇਸ ਦੇ ਲਈ ਮਾਨ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਰਹੇ, ਪਰ ਉਸ ਨੂੰ ਆਪਣੇ ਅਧਿਕਾਰੀਆਂ ਦੇ ਤਜਰਬੇ ਦਾ ਲਾਭ ਉਠਾਉਣਾ ਚਾਹੀਦਾ ਤਾਂ ਜੋ ਅਜਿਹੇ ਟਕਰਾਅ ਪੈਦਾ ਨਾ ਹੋ ਜਾਣ ਅਤੇ ਸੂਬਾ ਕਿਸੇ ਵੀ ਤਰ੍ਹਾਂ ਦੇ ਸੰਵਿਧਾਨਕ ਸੰਕਟ ਦਾ ਸਾਹਮਣਾ ਕਰਨ ਤੋਂ ਬਚ ਜਾਵੇ, ਜਿਵੇਂ ਕਿ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਗੱਲ। ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਭਗਵੰਤ ਮਾਨ ਵੀ ਉਸੇ ਤਰ੍ਹਾਂ ਤੇ ਸਰਕਾਰ ਚਲਾ ਰਹੇ ਨੇ ਜਿਸ ਤਰ੍ਹਾਂ ਉਹਨਾਂ ਦਾ ਆਕਾ ਅਰਵਿੰਦ ਕੇਜਰੀਵਾਲ ਦਿੱਲੀ 'ਚ ਚਲਾ ਰਿਹਾ। ਜਿਸ ਤਰ੍ਹਾਂ ਕੇਜਰੀਵਾਲ ਉੱਥੋਂ ਦੇ ਲੈਫਟੀਨੈਂਟ ਗਵਰਨਰ ਨਾਲ ਟਕਰਾਅ ਵਾਲਾ ਰਵੱਈਆ ਅਪਣਾਈ ਬੈਠਾ ਆ, ਉਸੇ ਤਰ੍ਹਾਂ ਭਗਵੰਤ ਮਾਨ ਵੀ ਪੰਜਾਬ ਦੇ ਹਰ ਮੁੱਦੇ ਤੇ ਰਾਜਪਾਲ ਨਾਲ ਟਕਰਾਅ ਵਾਲਾ ਮਾਹੌਲ ਜੋ ਆ ਉਹ ਸਿਰਜੀ ਬੈਠੇ ਨੇ। ਤਾਂ ਦੂਜੇ ਪਾਸੇ ਭਗਵੰਤ ਮਾਨ ਬਨਵਾਰੀ ਲਾਲ ਪੁਰੋਹਿਤ ਦੀ ਕੀਤੀ ਜਾਵੇ ਤਾਂ ਅੱਧੀ ਸਦੀ ਤੋਂ ਵੱਧ ਸਮੇਂ ਤੱਕ ਗਵਰਨਰ ਇਹ ਰੋਲ ਨਿਭਾਉਂਦੇ ਚੱਲੇ ਆਏ ਰਹੇ ਨੇ ਕਿ ਕਿਸੇ ਵੀ ਰਾਜ ਵਿੱਚ ਕਿਸੇ ਗਵਰਨਰ ਵਿਰੁੱਧ ਕੋਈ ਖਾਸ ਕੜਵਾਹਟ ਨਹੀਂ ਮਿਲੀ। ਅੱਜ ਤੱਕ ਆਪਾਂ ਕਦੇ ਦੇਖਿਆ ਹੀ ਨਹੀਂ ਸੀਗਾ। ਹੁਣ ਤੱਕ ਅਖਬਾਰਾਂ ਮੀਡੀਆ ਸਾਰਾ ਕੁਝ ਪੜ੍ਹਦੇ ਅਸੀਂ ਤੁਸੀਂ ਸਾਰੇ ਆਏ ਹਾਂ। ਭਾਰਤੀ ਲੋਕ ਪ੍ਰਣਾਲੀ 1947 ਤੋਂ ਬਾਅਦ ਕਈ ਪੜਾਵਾਂ ਦੇ ਵਿੱਚੋਂ ਲੰਘੀ ਆ, ਕਈ ਸੁਖਾਲੇ ਨੇ ਤੇ ਕਈ ਅੱਤ ਦੁਖਦਾਈ। ਹਾਕਮ ਵਿਰੁੱਧ ਅਦਾਲਤ ਦੇ ਫੈਸਲੇ ਕਾਰਨ ਇੱਥੇ ਐਮਰਜੈਂਸੀ ਵੀ ਲੱਗੀ ਤੇ ਧਰਮ ਦੇ ਨਾਂ ਤੇ ਘੱਟ ਗਿਣਤੀਆਂ ਨੂੰ ਕਤਲੇ ਆਮ ਵੀ ਵੇਖਣੇ ਪਏ ਅਤੇ ਘੱਟ ਗਿਣਤੀਆਂ ਨਾਲ ਕੀਤੇ ਵਾਅਦੇ ਨਿਭਾਉਣ ਤੋਂ ਸਾਫ਼ ਇਨਕਾਰ ਵੀ ਕਰ ਦਿੱਤਾ ਗਿਆ। ਚੰਗੇ ਅਤੇ ਮਾੜੇ ਰੁਝਾਨਾਂ ਦੀ ਸੂਚੀ ਬਹੁਤ ਲੰਮੀ ਹੈ, ਪਰ ਇਸ ਵੇਲੇ ਸਾਡਾ ਧਿਆਨ ਖਾਸ ਤੌਰ 'ਤੇ ਦੇਸ਼ ਦੇ ਕਈ ਸੂਬਿਆਂ, ਖਾਸ ਤੌਰ 'ਤੇ ਵਿਰੋਧੀ ਪਾਰਟੀਆਂ ਦੇ ਰਾਜਾਂ ਵਾਲੇ ਗਵਰਨਰਾਂ ਅੰਦਰ ਪੈਦਾ ਹੋਏ ਨਵੇਂ ਰੁਝਾਨ ਬੰਨੀ ਟਿਕਿਆ। ਅੱਛਾ, ਇਹ ਰੇੜਕਾ ਉੱਥੇ ਹੀ ਆ ਜਿੱਥੇ ਵਿਰੋਧੀ ਪਾਰਟੀ ਬੈਠੀ ਆ ਤੇ ਗਵਰਨਰ ਜਿਹੜੇ ਆ, ਮਤਲਬ ਹੈਰਾਨੀ ਦੀ ਗੱਲ ਹੈ ਕਿ ਜੇ ਵਿਰੋਧੀ ਪਾਰਟੀ ਬਣ ਗਈ ਆ, ਸੱਤਾਧਾਰੀ ਕੇਂਦਰ ਸਰਕਾਰ ਦੇ ਬੰਨੇ ਹੋਏ ਨੁਮਾਇੰਦੇ ਨਿਯੁਕਤ ਕੀਤੇ ਜਾਂਦੇ ਆ ਗਵਰਨਰ, ਤਾਂ ਫਿਰ ਉੱਥੇ ਟਕਰਾਅ ਕਿਉਂ ਆ? ਜਿੱਥੇ ਭਾਜਪਾ ਬੈਠੀ ਆ ਉੱਥੇ ਕਿਸੇ ਗਵਰਨਰ ਦਾ ਕੋਈ ਟਕਰਾਅ ਨਹੀਂ ਗਾ, ਜਿੱਥੇ ਹੋਰ ਪਾਰਟੀਆਂ ਬੈਠੀਆਂ ਜਾਂ ਕਾਂਗਰਸ ਬੈਠੀ ਆ ਜਾਂ ਫਿਰ ਆਪ ਬੈਠੀ ਆ ਉੱਥੇ ਇਹ ਟਕਰਾਅ ਚੱਲਦਾ ਪਿਆ। ਆਜ਼ਾਦੀ ਮਗਰੋਂ ਗਵਰਨਰ ਨੂੰ ਹਰ ਸੂਬੇ ਦਾ ਸੰਵਿਧਾਨਕ ਮੁਖੀ ਮੰਨਿਆ ਗਿਆ ਸੀ ਤੇ ਉਸ ਨੂੰ ਕੇਵਲ ਉਨੇ ਹੀ ਕੰਮ ਸੌਂਪੇ ਗਏ ਸਨ ਜਿਨ੍ਹਾਂ ਨਾਲ ਉਹ ਕਦੇ ਵੀ ਵਾਦ ਵਿਵਾਦ ਵਿੱਚ ਨਾ ਫਸੇ ਤੇ ਸਾਰੀਆਂ ਧਿਰਾਂ ਦਾ ਸਤਿਕਾਰਯੋਗ ਬਜ਼ੁਰਗ ਬਣਿਆ ਰਹੇ। ਉਹ ਅਗਰ ਵੇਖਦਾ ਹੈ ਕਿ ਰਾਜ ਸਰਕਾਰ ਸੰਵਿਧਾਨ ਦੀ ਮਨਸ਼ਾ ਅਨੁਸਾਰ ਕੰਮ ਨਹੀਂ ਕਰ ਰਹੀ ਤਾਂ ਉਹ ਰਾਜ ਸਰਕਾਰ ਨਾਲ ਖਿੱਚੋਤਾਣ ਵਾਲਾ ਮਾਹੌਲ ਨਹੀਂ ਸੀ ਪੈਦਾ ਕਰਦਾ, ਸਗੋਂ ਕੇਂਦਰ ਨੂੰ ਆਪਣੀ ਰਿਪੋਰਟ ਭੇਜ ਦਿੰਦਾ ਸੀ। ਅੱਧੀ ਸਦੀ ਤੋਂ ਵੱਧ ਸਮੇਂ ਤੱਕ ਗਵਰਨਰ ਇਹ ਰੋਲ ਨਿਭਾਉਂਦੇ ਚੱਲੇ ਆਏ ਨੇ ਤੇ ਕਿਸੇ ਵੀ ਰਾਜ ਵਿੱਚ ਕਿਸੇ ਗਵਰਨਰ ਦੇ ਵਿਰੁੱਧ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ। ਪਰ ਪਿਛਲੇ ਕੁਝ ਸਮੇਂ ਤੋਂ
ਵਿਰੋਧੀ ਪਾਰਟੀਆਂ ਦੇ ਰਾਜਾਂ ਵਿੱਚ ਖਾਸ ਤੌਰ ਤੇ ਗਵਰਨਰਾਂ ਤੇ ਮੁੱਖ ਮੰਤਰੀਆਂ ਦਾ ਆਪਸੀ ਟਕਰਾਅ ਸ਼ੁਰੂ ਹੋ ਗਿਆ ਤੇ ਗਵਰਨਰ ਕੇਂਦਰ ਦੇ ਇਸ਼ਾਰੇ ਤੇ ਰਾਜ ਸਰਕਾਰਾਂ ਦੇ ਲਈ ਪਰੇਸ਼ਾਨੀਆਂ ਖੜੀਆਂ ਕਰ ਰਹੇ ਆ, ਜਿਵੇਂ ਬਣਵਾਰੀ ਲਾਲ ਪੁਰੋਹਿਤ ਭਗਵੰਤ ਮਾਨ ਸਰਕਾਰ ਦੇ ਨਾਲ ਕਰੀ ਜਾਂਦੇ ਆ। ਉਹ ਪ੍ਰੈਸ ਵਿੱਚ ਆ ਕੇ ਕਹਿੰਦੇ ਨੇ ਕਿ ਉਹ ਰਾਜ ਦੇ ਲੋਕਾਂ ਦੇ ਹਿੱਤਾਂ ਦਾ ਧਿਆਨ ਰੱਖਣ ਲਈ ਰਾਜ ਦੇ ਮੁਖੀ ਥਾਪੇ ਗਏ ਨੇ। ਇਹ ਗਵਰਨਰਾਂ ਦਾ ਕਹਿਣਾ ਆ। ਨਹੀਂ, ਸੰਵਿਧਾਨਕ ਤੌਰ ਤੇ ਲੋਕ ਹਿੱਤਾਂ ਦਾ ਧਿਆਨ ਰੱਖਣ ਦਾ ਫਰਜ਼ ਸੰਵਿਧਾਨ ਦੇ ਚੁਣੇ ਹੋਏ ਮੈਂਬਰਾਂ ਦੀ ਅਸੈਂਬਲੀ ਤੇ ਉਹਨਾਂ 'ਚੋਂ ਚੁਣੀ ਗਈ ਵਜ਼ੀਰ ਮੰਡਲੀ ਨੂੰ ਦਿੱਤਾ ਗਿਆ ਹੈ, ਨਾ ਕਿ ਰਾਜਪਾਲ ਨੂੰ। ਇਹ ਗੱਲ ਗੌਰ ਕਰਿਓ, ਗਵਰਨਰ ਨੂੰ ਨਹੀਂ। ਗਵਰਨਰ ਖਾਮੋਸ਼ ਰਹਿ ਕੇ ਕੇਵਲ ਇਹ ਵੇਖ ਸਕਦੇ ਆ ਕਿ ਸਰਕਾਰ ਸੰਵਿਧਾਨ ਅਨੁਸਾਰ ਕੰਮ ਕਰ ਰਹੀ ਹੈ ਜਾਂ ਨਹੀਂ। ਉਹ ਰਾਜ ਸਰਕਾਰ ਵਿਰੁੱਧ ਅਖਬਾਰਾਂ ਵਿੱਚ ਮਾਹੌਲ ਪੈਦਾ ਕਰਨ ਦਾ ਜਾਂ ਮੁੱਖ ਮੰਤਰੀ ਨਾਲ ਆਡਾ ਲਾਉਣ ਦਾ ਅਧਿਕਾਰ ਨਹੀਂ ਰੱਖਦੇ ਤੇ ਸੈਂਟਰ ਨੂੰ ਕੇਵਲ ਆਲੋਚਨਾ ਵਾਲੀ ਰਿਪੋਰਟ ਹੀ ਭੇਜਦੇ ਨੇ। ਇਹੀ ਕੁਝ ਹੋ ਰਿਹਾ। ਔਰ ਇਹ ਪਹਿਲੀ ਵਾਰੀ ਹੋਇਆ ਕਿ ਰਾਜਪਾਲ ਜਿਹੜੇ ਆ ਵੱਖ-ਵੱਖ ਜ਼ਿਲ੍ਹਿਆਂ ਵਿੱਚ ਜਾ ਕੇ ਉੱਥੇ ਦੌਰੇ ਵੀ ਕਰ ਰਹੇ। ਅੱਗੇ ਤਾਂ ਕਦੇ ਨਹੀਂ ਸੀ ਸੁਣਿਆ ਗਾ। ਚਲੋ ਕਦੇ ਕਿਤੇ ਫੰਕਸ਼ਨ ਤੇ ਪਹੁੰਚ ਗਏ ਰਾਜਪਾਲ, ਇਹ ਵੱਖਰੇ ਸੀ, ਪਰ ਆ ਦੌਰਿਆਂ ਵਾਲਾ ਜਿਹੜਾ ਨਵਾਂ ਕੰਮ ਅਡੰਭ ਦਿੱਤਾ ਆ। ਪਰ ਪੰਜਾਬ ਵਿੱਚ ਗੱਲ ਖੁੱਲ੍ਹੇ ਟਕਰਾਅ ਤੋਂ ਅੱਗੇ ਲੰਘ ਕੇ ਇਸ ਹੱਦ ਤੱਕ ਪਹੁੰਚ ਗਈ ਹੈ ਕਿ ਚੁਣੇ ਹੋਏ ਮੈਂਬਰਾਂ ਦੀ ਅਸੈਂਬਲੀ ਵਿਧਾਨ ਸਭਾ ਦਾ ਇਜਲਾਸ ਵੀ ਸੱਦੋ ਤਾਂ ਗਵਰਨਰ ਸਾਹਿਬ ਉਸ ਇਜਲਾਸ ਨੂੰ ਵੀ ਗੈਰ ਕਾਨੂੰਨੀ ਕਰਾਰ ਦਿੰਦੇ ਨੇ ਤੇ ਅਸੈਂਬਲੀ ਵੱਲੋਂ ਪਾਸ ਕੀਤੇ ਬਿਨਾਂ ਜੋ ਉਹਨਾਂ ਦੇ ਬਿੱਲ ਹੁੰਦੇ ਨੇ ਉਹਨਾਂ 'ਤੇ ਦਸਤਖਤ ਵੀ ਨਹੀਂ ਕਰਦੇ ਤੇ ਨਾ ਮੁੜ ਵਿਚਾਰ ਕਰਨ ਲਈ ਵਾਪਸ ਭੇਜਦੇ ਆ। ਇਸੇ ਲਈ ਇਹ ਜਿਹੜਾ ਸੱਦਿਆ ਗਿਆ ਇਜਲਾਸ ਹੈ, ਇਹ ਪਤਾ ਲੱਗਣ 'ਤੇ ਉਠਾ ਦਿੱਤਾ ਕਿ ਅਸੈਂਬਲੀ ਭਾਵੇਂ SYL ਬਾਰੇ ਕੋਈ ਵੀ ਮਤਾ ਜਾਂ ਬਿੱਲ ਪਾਸ ਕਰ ਲਵੇ, ਗਵਰਨਰ ਨੇ ਦਸਤਖਤ ਨਹੀਂ ਕਰਨੇ। ਸੋ ਚੱਲਦੇ ਸੈਸ਼ਨ ਵਿੱਚ ਫੈਸਲਾ ਕੀਤਾ ਗਿਆ ਕਿ ਮਤਾ ਪਾਸ ਕਰਨ ਤੋਂ ਪਹਿਲਾਂ ਸੁਪਰੀਮ ਕੋਰਟ ਕੋਲੋਂ ਪੁੱਛਿਆ ਜਾਵੇ ਕਿ ਲੋਕ ਰਾਜ ਵਿੱਚ ਰਾਜਾਂ ਦੀਆਂ ਅਸੈਂਬਲੀਆਂ ਵੱਡੀਆਂ ਹੁੰਦੀਆਂ ਨੇ ਜਾਂ ਕੇਂਦਰ ਦੇ ਇਸ਼ਾਰੇ 'ਤੇ ਚੁਣੀ ਹੋਈ ਅਸੈਂਬਲੀ ਦਾ ਕੰਮ ਰੋਕ ਦੇਣ ਵਾਲਾ ਗਵਰਨਰ। ਇਹ ਹੈ ਤਾਂ ਦੁਖਦਾਈ, ਪਰ ਮੌਜੂਦਾ ਹਾਲਾਤ ਵਿੱਚ ਅਜਿਹਾ ਕੀਤੇ ਬਿਨਾਂ ਹੋਰ ਕੁਝ ਵੀ ਕੀਤਾ ਨਹੀਂ ਸੀ ਜਾ ਸਕਦਾ। ਆਸ ਕਰਦੇ ਹਾਂ ਕਿ ਸੁਪਰੀਮ ਕੋਰਟ ਇਸ ਮਾਮਲੇ 'ਤੇ ਸਾਰੇ ਭਾਰਤ ਵਿੱਚ ਇੱਕ ਨੀਤੀ ਪੱਕੇ ਤੌਰ 'ਤੇ ਲਾਗੂ ਕਰਨ ਵਿੱਚ ਸਹਾਈ ਹੋਵੇਗੀ ਤੇ ਲੋਕ ਰਾਜ ਦਾ ਪਹੀਆ ਲੀਹੋਂ ਨਹੀਂ ਲਾਇਆ ਜਾ ਸਕੂਗਾ। ਗਵਰਨਰ ਦੇ ਅਖਤਿਆਰ ਉਹਨੂੰ ਸਮਝਾਉਣੇ ਚਾਹੀਦੇ ਆ, ਸੁਪਰੀਮ ਕੋਰਟ ਨੂੰ ਇਹ ਕੰਮ ਕਰਨਾ ਪਊਗਾ, ਨਹੀਂ ਤਾਂ ਇੱਦਾਂ ਹੀ ਬਖੇੜੇ ਪੈਂਦੇ ਰਹਿਣਗੇ। ਅਗਲੀ ਖਬਰ ਵੱਲ ਆਉਂਦੇ ਆ। ਕੈਨੇਡਾ ਤੇ ਭਾਰਤ ਦੇ ਵਿਚਾਲੇ ਵਿਵਾਦ ਲਗਾਤਾਰ ਜਾਰੀ ਹੈ। ਤਾਂ ਹੁਣ ਜਿਵੇਂ ਕਿ ਪਿਛਲੇ ਦਿਨੀ ਕੈਨੇਡਾ ਨੇ ਆਪਣੇ ਰਾਜਦੂਤ ਵਾਪਸ ਬੁਲਾ ਲਏ ਨੇ, ਕਿਉਂਕਿ ਭਾਰਤ ਨੇ ਕਿਹਾ ਸੀਗਾ ਕਿ ਅਸੀਂ ਬਰਾਬਰ ਦੇ ਰੱਖਣੇ ਆ, ਤੁਸੀਂ ਆਪਦੇ ਰਾਜਦੂਤ ਬੁਲਾਓ। ਔਰ ਇਹ ਵੀ ਇਲਜ਼ਾਮ ਸੀਗਾ ਕਿ ਕੈਨੇਡਾ ਦੇ ਬਹੁਤੇ ਰਾਜਦੂਤ ਜਿਹੜੇ ਆ ਵੱਖ-ਵੱਖ ਸਾਡੀਆਂ ਸਟੇਟਾਂ ਦੇ ਵਿੱਚ ਕਾਇਮ ਨੇ ਤੇ ਉਹ ਇੱਥੋਂ ਦੀਆਂ ਸਾਰੀਆਂ ਖਬਰਾਂ ਆਪਣੀਆਂ ਹਕੂਮਤਾਂ ਤੱਕ ਪਹੁੰਚਾਉਂਦੇ ਨੇ। ਇਹ ਗੱਲ ਚੰਗੀ ਨਹੀਂ ਔਰ ਇਹ ਸਿੱਧੀ ਦਖਲ ਅੰਦਾਜ਼ੀ ਹੈ। ਇਹ ਗੱਲ ਕੀਤੀ ਗਈ ਸੀਗੀ। ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ 41 ਕੈਨੇਡੀਆਈ ਡਿਪਲੋਮੈਟਾਂ ਦੀ ਡਿਪਲੋਮੈਸੀ ਛੋਟ ਰੱਦ ਕਰਕੇ ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿੱਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ 'ਤੇ ਜਾਰੀ ਰੱਖਣਾ ਔਖਾ ਬਣਾ ਰਹੀ ਆ ਗਈ ਨਾ ਗੱਲ ਉਹੀ ਜਿਸ ਤੋਂ ਡਰਦੇ ਸੀਗੇ ਅਤੇ ਉਹ ਕੂਟਨੀਤੀ ਦੇ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਰਹੀ ਹੈ। ਉਹਨਾਂ ਕਿਹਾ ਕਿ ਉਹ ਉਹਨਾਂ ਲੱਖਾਂ ਕੈਨੇਡੀਆਈ ਲੋਕਾਂ ਲਈ ਬਹੁਤ ਚਿੰਤਤ ਆ ਜੋ ਭਾਰਤੀ ਉਪ ਮਹਾਦੀਪ ਨਾਲ ਸੰਬੰਧਿਤ ਹੈ ਤੇ ਉਹਨਾਂ ਦਾ ਸੰਕੇਤ ਖਾਸ ਕਰਕੇ ਕੈਨੇਡਾ ਵਿੱਚ ਵਸੇ ਲੱਖਾਂ ਪੰਜਾਬੀਆਂ ਦੇ ਵੱਲ ਆ। ਇਸ਼ਾਰਾ ਤਾਂ ਮਿਲ ਹੀ ਜਾ ਰਿਹਾ। ਬਰੈਂਪਟਨ ਦੇ ਵਿੱਚ ਇੱਕ ਟੈਲੀਵਿਜ਼ਨ ਪ੍ਰੈਸ ਕਾਨਫਰੰਸ ਵਿੱਚ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡੀਆਈ ਡਿਪਲੋਮੈਟਾਂ ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਬੜਾ ਚਿੰਤਤ ਹੋਣਾ ਚਾਹੀਦਾ ਹੈ। ਟਰੂਡੋ ਦੀ ਇਹ ਟਿੱਪਣੀ ਕੈਨੇਡਾ ਦੇ ਇਹ ਕਹਿਣ ਤੋਂ ਬਾਅਦ ਆਈ ਹੈ ਕਿ ਉਸਨੇ ਆਪਣੇ 41 ਰਾਜਦੂਤਾਂ ਦਾ ਦਰਜਾ ਰੱਦ ਕਰਨ ਤੇ ਭਾਰਤੀ ਬਿਆਨ ਦੇ ਬਾਅਦ ਉਹਨਾਂ ਨੂੰ ਅਤੇ ਉਹਨਾਂ ਦੇ 42 ਆਸ਼ਰਿਤਾਂ ਨੂੰ ਭਾਰਤ ਤੋਂ ਵਾਪਸ ਬੁਲਾ ਲਿਆ ਗਿਆ ਹੈ। ਇਸ ਮਾਮਲੇ ਉੱਤੇ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਨੇ ਵੀ ਕਿਹਾ ਹੈ ਕਿ ਮੈਂ ਪੁਸ਼ਟੀ ਕਰਦੀ ਹਾਂ ਕਿ ਭਾਰਤ ਨੇ ਕੱਲ੍ਹ 20 ਅਕਤੂਬਰ ਤੱਕ ਦਿੱਲੀ ਵਿੱਚ 21 ਕੈਨੇਡੀਅਨ ਡਿਪਲੋਮੈਟਾਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਛੱਡ ਕੇ ਸਾਰਿਆਂ ਲਈ ਅਨੈਤਿਕ ਤੌਰ 'ਤੇ ਡਿਪਲੋਮੈਟਿਕ ਪ੍ਰਤੀ ਰੱਖਿਆ ਹਟਾਉਣ ਦੀ ਆਪਣੀ ਯੋਜਨਾ ਗੈਰ ਰਸਮੀ ਤੌਰ ਦੇ ਉੱਤੇ ਦੱਸ ਦਿੱਤੀ ਹੈ। ਇਸ ਦਾ ਭਾਵ ਇਹ ਹੈ ਕਿ 41 ਕੈਨੇਡੀਅਨ ਡਿਪਲੋਮੈਟਾਂ ਅਤੇ ਉਹਨਾਂ ਦੇ 42 ਆਸ਼ਰਿਤਾਂ ਦੇ ਉੱਤੇ ਖਤਰਾ ਮੰਡਰਾ ਰਿਹਾ ਸੀ। ਇੱਕ ਮਨਮਾਨੀ ਮਿਤੀ 'ਤੇ ਛੋਟ ਖੋਹ ਲਈ ਹੈ। ਇਸ ਨਾਲ ਉਹਨਾਂ ਸਾਰਿਆਂ ਦੀ ਨਿੱਜੀ ਸੁਰੱਖਿਆ ਖਤਰੇ ਵਿੱਚ ਪੈ ਰਹੀ ਹੈ। ਉਹਨਾਂ ਨੇ ਭਾਰਤ ਸਰਕਾਰ 'ਤੇ ਵਿਆਨਾ ਜੋ ਕਨਵੈਨਸ਼ਨ ਸੀ ਉਹਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਆ। ਤਾਂ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਾਨੀ ਜੋਲੀ ਦੇ ਬਿਆਨ ਤੋਂ ਕੁਝ ਘੰਟਿਆਂ ਬਾਅਦ ਦਿੱਲੀ ਦੇ
ਸਥਿਤ ਦੂਤਘਰ ਨੇ ਦੱਸਿਆ ਕਿ ਕੈਨੇਡਾ ਨੇ ਚੰਡੀਗੜ੍ਹ, ਮੁੰਬਈ ਅਤੇ ਬੈਂਗਲੁਰੂ ਵਿੱਚ ਵਣਜ ਦੂਤਘਰਾਂ ਵਿੱਚ ਵੀਜ਼ੇ ਸਮੇਤ ਸਾਰੀਆਂ ਨਿੱਜੀ ਸੇਵਾਵਾਂ ਰੋਕ ਦਿੱਤੀਆਂ ਗਈਆਂ ਨੇ। ਦੇਖੋ ਕਿੱਥੇ ਫਰਕ ਪੈ ਰਿਹਾ ਆ। ਹੁਣ ਭਾਰਤ ਵਿੱਚ ਸਾਰੇ ਕੰਮਾਂ ਲਈ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਆਉਣਾ ਪਊਗਾ। ਹਾਈ ਕਮਿਸ਼ਨ ਨੇ ਆਪਣੀ ਯਾਤਰਾ ਸਲਾਹ ਦਾ ਵੀ ਅਧਿਐਨ ਕੀਤਾ ਅਤੇ ਨਾਗਰਿਕਾਂ ਨੂੰ ਬੈਂਗਲੁਰੂ, ਚੰਡੀਗੜ੍ਹ ਅਤੇ ਮੁੰਬਈ ਦੇ ਨੇੜੇ ਤੇੜੇ ਉੱਚ ਪੱਧਰ ਦੀ ਸਾਵਧਾਨੀ ਵਰਤਣ ਲਈ ਸੁਚੇਤ ਕੀਤਾ ਹੈ। ਭਾਰਤ ਨੇ ਸਪਸ਼ਟ ਕੀਤਾ ਹੈ ਕਿ ਕੈਨੇਡਾ ਦੇ ਰਾਜਦੂਤਾਂ ਦੇ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਲਗਾਤਾਰ ਦਖਲਅੰਦਾਜ਼ੀ ਦੇ ਕਾਰਨ ਹੀ ਉਹਨਾਂ ਦੀ ਗਿਣਤੀ ਨੂੰ ਸੀਮਿਤ ਕਰਨ ਦਾ ਫੈਸਲਾ ਜ਼ਰੂਰੀ ਹੋ ਗਿਆ ਸੀ। ਭਾਰਤ ਨੇ ਇਸ ਮੁੱਦੇ ਤੇ ਕੈਨੇਡਾ ਦੇ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਅਤੇ ਤੌਰ ਤਰੀਕਿਆਂ ਤੇ ਨਾਰਾਜ਼ਗੀ ਪ੍ਰਗਟ ਕਰਨ ਦੇ ਨਾਲ ਇਹ ਵੀ ਸਪਸ਼ਟ ਕੀਤਾ ਕਿ ਉਸਨੇ ਦਿੱਲੀ ਵਿੱਚ ਕੈਨੇਡਾ ਦੇ ਹਾਈ ਕਮਿਸ਼ਨ ਵਿੱਚ ਡਿਪਲੋਮੈਟਾਂ ਦੀ ਗਿਣਤੀ, ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਵਿੱਚ ਡਿਪਲੋਮੈਟਾਂ ਦੀ ਗਿਣਤੀ ਦੇ ਬਰਾਬਰ ਰੱਖਣ ਦੀ ਮੰਗ ਕੀਤੀ ਸੀ। ਬੈਂਗਲੁਰੂ, ਮੁੰਬਈ ਅਤੇ ਚੰਡੀਗੜ੍ਹ ਸਥਿਤ ਵਣਜ ਦੂਤਘਰਾਂ ਦਾ ਸੰਚਾਲਨ ਬੰਦ ਕਰਨ ਦਾ ਕੈਨੇਡਾ ਦਾ ਫੈਸਲਾ ਇੱਕ ਤਰਫਾ ਆ। ਕੈਨੇਡਾ ਨੇ ਇਸ ਸੰਬੰਧ ਵਿੱਚ ਬੜਾ ਹੀ ਗੈਰ ਜ਼ਿੰਮੇਵਾਰਾਨਾ ਰੁਖ ਵਿਖਾਇਆ। ਹੁਣ ਇਹ ਸਾਡੇ ਵਾਲੇ ਇਹ ਕਹੀ ਜਾਂਦੇ ਆ ਕਿ ਕੈਨੇਡਾ ਨੇ ਰੁਖ ਵਿਖਾਇਆ, ਕੈਨੇਡਾ ਸਾਨੂੰ ਕਹੀ ਜਾਂਦਾ ਹੈ ਕੈਨੇਡਾ ਨੇ ਉਹਨਾਂ ਨੂੰ ਬੰਦ ਕਰਿਆ। ਤਾਂ ਹੁਣ ਇਹਨਾਂ ਦੋਹਾਂ 'ਚ ਗਲਤ ਕੌਣ ਹੈ? ਇੱਥੇ ਆ ਕੇ ਸਵਾਲ ਅੜ ਜਾਂਦਾ ਆ। ਤਾਂ ਭਾਰਤ ਦੀ ਕਾਰਵਾਈ ਜਿਹੜੀ ਆ ਡਿਪਲੋਮੈਟਿਕ ਸੰਬੰਧਾਂ ਤੇ ਬਿਆਨਾਂ ਸੰਧੀ ਜਾਣੀ ਕਿ VCDR ਦੀ ਧਾਰਾ 11(1) ਦੀਆਂ ਜਿਹੜੀਆਂ ਉਹਨਾਂ ਦੀਆਂ ਸੋਧਾਂ ਨੇ ਉਹਦੇ ਦੇ ਅਨੁਸਾਰ ਆ, ਜੋ ਮੇਜ਼ਬਾਨ ਦੇਸ਼ ਨੂੰ ਹਾਲਤਾਂ ਅਤੇ ਸ਼ਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਡਿਪਲੋਮੈਟਿਕ ਮਿਸ਼ਨ ਦੇ ਆਕਾਰ ਨੂੰ ਉਚਿਤ ਅਤੇ ਆਮ ਪੱਧਰ ਤੱਕ ਸੀਮਿਤ ਕਰਨ ਦਾ ਅਧਿਕਾਰ ਮੁਹੱਈਆ ਕਰਦਾ ਹੈ। ਹੁਣ ਇਸ ਮਾਮਲੇ ਦੇ ਉੱਤੇ ਜਦੋਂ ਜਸਟਿਨ ਟਰੂਡੋ ਦਾ ਪਹਿਲਾ ਬਿਆਨ ਸਾਹਮਣੇ ਆਉਂਦਾ ਔਰ ਉਹਨਾਂ ਨੇ ਇਹ ਉਂਗਲ ਚੁੱਕੀ ਹੈ ਕਿ ਇੱਥੇ ਭਾਰਤੀ ਖਿੱਤੇ ਦੇ ਬਹੁਤ ਸਾਰੇ ਲੱਖਾਂ ਲੋਕ ਜਿਹੜੇ ਰਹਿ ਰਹੇ ਨੇ ਉਹਨਾਂ ਦੇ ਲਈ ਮੁਸੀਬਤ ਖੜੀ ਕਰ ਰਿਹਾ ਆ ਭਾਰਤ। ਕੋਈ ਸ਼ੱਕ ਨਹੀਂ ਗਾ, ਜ਼ਾਹਿਰ ਹੈ ਕਿ ਭਾਰਤ ਸਰਕਾਰ ਨੂੰ ਜਿੱਥੇ ਇਹ ਮਿਲ ਬੈਠ ਕੇ ਗੱਲ ਨਿਬੇੜ ਲੈਣੀ ਚਾਹੀਦੀ ਸੀ ਕਿ ਉੱਥੇ ਇਹ ਵੀ ਸੋਚਣਾ ਚਾਹੀਦਾ ਸੀ ਕਿ ਲੱਖਾਂ ਭਾਰਤੀ ਇਸ ਟਾਈਮ ਕੈਨੇਡਾ 'ਚ ਰਹਿ ਰਿਹਾ ਔਰ ਉਹਦੇ ਵਿੱਚ ਸਭ ਤੋਂ ਜ਼ਿਆਦਾ ਤਾਦਾਦ ਜਿਹੜੀ ਆ ਉਹ ਪੰਜਾਬੀਆਂ ਦੀ ਆ, ਜਿਹੜੇ ਘੱਟੋ ਘੱਟ ਉੱਥੇ ਇੱਕ ਸਦੀ ਤੋਂ ਹੀ ਉਹਨਾਂ ਦੀ ਆਮਦ ਜਾਰੀ ਹੈ ਔਰ ਲਗਾਤਾਰ ਇੱਕ ਸਦੀ ਦਾ ਸਫ਼ਰ ਪੰਜਾਬ ਦਾ, ਸਿੱਖਾਂ ਦਾ ਉੱਥੇ ਹੋ ਚੁੱਕਿਆ ਹੈ। ਤਾਂ ਇਸ ਮਾਮਲੇ ਤੋਂ ਬਾਅਦ ਹੁਣ ਕੈਨੇਡਾ ਦੇ ਦੋਸ਼ ਜਿਹੜੇ ਲਗਾਏ ਨੇ ਕੈਨੇਡਾ ਨੇ ਭਾਰਤ ਦੇ ਉੱਤੇ, ਤਾਂ ਵਿਦੇਸ਼ ਮੰਤਰਾਲੇ ਨੇ ਠੋਕਵਾਂ ਜਵਾਬ ਦਿੱਤਾ ਹੈ। ਅਤੇ ਅੱਗੋਂ ਕੀ ਕਿਹਾ ਸਾਡੇ ਵਾਲਿਆਂ ਨੇ? ਕਿਹਾ ਹੈ ਕਿ ਜੋ ਕੀਤਾ ਵਿਆਨਾ ਸੰਧੀ ਦੇ ਮੁਤਾਬਕ ਕੀਤਾ ਹੈ, ਯਾਨੀ ਕਿ ਭਾਰਤ ਨੇ 41 ਜਿਹੜੇ ਕੈਨੇਡਾ ਦੇ ਰਾਜਦੂਤ ਸੀ ਉਹਨਾਂ ਦੀ ਦੇਸ਼ ਵਾਪਸੀ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੇ ਰੂਪ ਵਿੱਚ ਪੇਸ਼ ਕਰਨ ਦੀਆਂ ਕੈਨੇਡਾ ਦੀਆਂ ਕੋਸ਼ਿਸ਼ਾਂ ਨੂੰ ਸ਼ੁੱਕਰਵਾਰ ਨੂੰ ਰੱਦ ਕਰ ਦਿੱਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਦੋ ਪਾਸੜ ਕੂਟਨੀਤਿਕ ਸਮਾਨਤਾ ਨੂੰ ਯਕੀਨੀ ਬਣਾਉਣਾ ਪੂਰੀ ਤਰ੍ਹਾਂ ਨਾਲ ਡਿਪਲੋਮੈਟਿਕ ਸੰਬੰਧਾਂ ਨੂੰ ਲੈ ਕੇ ਹੋਈ ਵਿਆਨਾ ਸੰਧੀ ਦੀ ਵਿਵਸਥਾ ਨਾਲ ਮੇਲ ਖਾਂਦਾ ਆ। ਭਾਰਤ ਦੀ ਟਿੱਪਣੀ ਕੈਨੇਡੀਅਨ ਵਿਦੇਸ਼ ਮੰਤਰੀ ਮੈਲਾਨੀ ਜੋਲੀ ਵੱਲੋਂ ਭਾਰਤ ਤੋਂ ਡਿਪਲੋਮੈਟਾਂ ਨੂੰ ਵਾਪਸ ਬੁਲਾਏ ਜਾਣ ਦੇ ਐਲਾਨ ਤੋਂ ਬਾਅਦ ਆਈ ਹੈ, ਜਿਸ ਵਿੱਚ ਉਹਨਾਂ ਨੇ ਨਵੀਂ ਦਿੱਲੀ ਦੀ ਕਾਰਵਾਈ ਨੂੰ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਅਤੇ ਕੂਟਨੀਤਿਕ ਸੰਬੰਧਾਂ ਉੱਤੇ ਵਿਆਨਾ ਸੰਧੀ ਦੀ ਉਲੰਘਣਾ ਦੱਸਿਆ ਆ। ਹੁਣ ਪਤਾ ਇਹੀ ਲੱਗਿਆ ਆ ਕਿ ਸਮਾਨਤਾ ਲਿਆਉਣ ਦੇ ਭਾਰਤ ਦੇ ਫੈਸਲੇ ਬਾਰੇ ਕਰੀਬ 1 ਮਹੀਨਾ ਪਹਿਲਾਂ ਕੈਨੇਡਾ ਨੂੰ ਜਾਣੂ ਕਰਵਾਇਆ ਗਿਆ ਸੀਗਾ ਅਤੇ ਇਸ ਨੂੰ ਲਾਗੂ ਕਰਨ ਦੀ ਤਰੀਕ 10 ਅਕਤੂਬਰ ਰੱਖੀ ਗਈ ਸੀਗੀ, ਪਰ ਇਸ ਨੂੰ 20 ਅਕਤੂਬਰ ਤੱਕ ਵਧਾ ਦਿੱਤਾ ਗਿਆ ਸੀ ਕਿਉਂਕਿ ਸਮਾਨਤਾ ਨੂੰ ਲਾਗੂ ਕਰਨ ਦੇ ਤੌਰ ਤਰੀਕਿਆਂ ਤੇ ਕੈਨੇਡੀਅਨ ਪੱਖ ਨਾਲ ਸਲਾਹ ਮਸ਼ਵਰਾ ਕਰਕੇ ਕੰਮ ਕੀਤਾ ਜਾ ਰਿਹਾ ਸੀ। ਤੇ ਇੱਕ ਸੂਤਰ ਨੇ ਕਿਹਾ ਹੈ ਕਿ ਬੈਂਗਲੁਰੂ, ਮੁੰਬਈ ਅਤੇ ਚੰਡੀਗੜ੍ਹ ਵਿੱਚ ਕੈਨੇਡੀਅਨ ਕੌਂਸੂਲੇਟਾਂ ਵਿੱਚ ਡਿਪਲੋਮੈਟਿਕ ਸੰਖਿਆ ਉੱਤੇ ਕੋਈ ਪ੍ਰਭਾਵ ਨਹੀਂ ਪਿਆ। ਭਾਰਤ ਵਿੱਚ ਆਪਣੇ 3 ਕੌਂਸੂਲੇਟਾਂ ਵਿੱਚ ਕੰਮਕਾਜ ਰੋਕਣ ਦਾ ਕੈਨੇਡਾ ਦਾ ਫੈਸਲਾ ਇੱਕ ਪਾਸੜ ਹੈ ਅਤੇ ਸਮਾਨਤਾ ਲਾਗੂ ਕਰਨ ਨਾਲ ਸੰਬੰਧਿਤ ਹੈ। ਤਾਂ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਸੀਂ ਸਮਾਨਤਾ ਨੂੰ ਲਾਗੂ ਕਰਨ ਨੂੰ ਅੰਤਰਰਾਸ਼ਟਰੀ ਨਿਯਮਾਂ ਦੀ ਉਲੰਘਣਾ ਦੇ ਰੂਪ ਵਿੱਚ ਪੇਸ਼ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਰੱਦ ਕਰਦੇ ਹਾਂ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਸਾਲ ਜੂਨ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਤੋਂ ਬਾਅਦ ਭਾਰਤੀ
ਏਜੰਟਾਂ ਦੀ ਸ਼ਮੂਲੀਅਤ ਦੇ ਦੋਸ਼ਾਂ ਤੋਂ ਬਾਅਦ ਦੋਵਾਂ ਮੁਲਕਾਂ ਦੇ ਵਿਚਾਲੇ ਕੂਟਨੀਤਿਕ ਜਿਹੜੇ ਆ ਤਣਾਅ ਬਣੇ ਹੋਏ ਆ। ਤੇ ਇਸ ਤੋਂ ਬਾਅਦ ਹੁਣ ਜਿਹੜੇ ਸੋਚ ਰਹੇ ਹੋਣੇ ਆ ਕਿ ਵੀਜ਼ਿਆਂ ਦਾ ਕੀ ਬਣੂਗਾ, ਕੀ ਹੋਊਗਾ, ਕਿੱਦਾਂ ਲੱਗਣਗੇ, ਕੀ ਰੁਕਾਵਟ ਆਊਗੀ। ਤੇ ਮੈਂ ਇੱਥੇ ਦੱਸ ਦੇਣਾ ਚਾਹੂੰਗਾ ਕਿ ਕੈਨੇਡਾ ਦਾ ਵੀਜ਼ਾ ਲੈਣ ਦੇ ਚਾਹਵਾਨ ਲੋਕਾਂ ਵਿੱਚ ਦੁਚਿੱਤੀ ਪੈਦਾ ਹੋ ਗਈ ਹੈ। ਇਸ ਵਿਚਾਲੇ VFS ਗਲੋਬਲ ਨੇ ਸਥਿਤੀ ਨੂੰ ਸਪਸ਼ਟ ਕੀਤਾ ਆ। ਉਹਨਾਂ ਨੇ ਕਿਹਾ ਆ ਕਿ ਕੈਨੇਡਾ ਕੇਂਦਰਿਤ ਵੀਜ਼ਾ ਅਰਜ਼ੀ ਕੇਂਦਰ ਭਾਰਤ ਦੇ 10 ਸ਼ਹਿਰਾਂ ਦੇ ਵਿੱਚ ਖੁੱਲ੍ਹੇ ਰਹਿਣਗੇ, ਯਾਦ ਰੱਖਿਓ। ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਸਥਾ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੀਆਂ ਹਦਾਇਤਾਂ ਮੁਤਾਬਕ ਭਾਰਤ ਤੋਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਅਤੇ ਪ੍ਰੋਸੈਸ ਕਰਨਾ ਜਾਰੀ ਰਹੇਗਾ, ਪਰ ਸਟਾਫਿੰਗ ਦੇ ਘਟਾਏ ਗਏ ਪੱਧਰ ਨਾਲ ਪ੍ਰਕਿਰਿਆ ਦੇ ਸਮੇਂ 'ਤੇ ਅਸਰ ਪਊਗਾ। ਥੋੜ੍ਹਾ ਜਿਹਾ ਲੰਮਾ ਹੋ ਸਕਦਾ, ਬਾਕੀ ਜਿਨ੍ਹਾਂ ਨੇ ਕੈਨੇਡਾ ਜਾਣਾ ਉਹਨਾਂ ਦੇ ਲਈ ਕੋਈ ਰੋਕ ਟੋਕ ਨਹੀਂ ਹੈ। ਭਾਰਤ ਦੀਆਂ ਅਰਜ਼ੀਆਂ ਦੀ ਵੱਡੀ ਬਹੁ ਗਿਣਤੀ ਪਹਿਲਾਂ ਹੀ ਦੇਸ਼ ਤੋਂ ਬਾਹਰ ਪ੍ਰੋਸੈਸ ਕੀਤੀ ਜਾਂਦੀ ਹੈ। ਭਾਰਤ ਦੀਆਂ 99% ਅਰਜ਼ੀਆਂ 'ਤੇ ਗਲੋਬਲ ਨੈੱਟਵਰਕ ਦੁਆਰਾ ਪ੍ਰੋਸੈਸਿੰਗ ਕੀਤੀ ਜਾਂਦੀ ਆ। 5% ਕੈਨੇਡਾ ਆਧਾਰਿਤ IRCC ਸਟਾਫ ਜੋ ਭਾਰਤ ਵਿੱਚ ਰਹਿੰਦੇ ਨੇ ਉਹਨਾਂ ਕੰਮਾਂ 'ਤੇ ਧਿਆਨ ਕੇਂਦਰਿਤ ਕਰਨਗੇ ਜਿਸ ਲਈ ਦੇਸ਼ ਵਿੱਚ ਮੌਜੂਦਗੀ ਦੀ ਲੋੜ ਹੁੰਦੀ ਹੈ। ਤਾਂ ਇਸ ਕਰਕੇ ਜਿਹੜੀ ਵੀਜ਼ਾ ਪ੍ਰੋਸੈਸਿੰਗ ਉਹਦੇ ਵਿੱਚ ਸਮਾਂ ਲੱਗ ਸਕਦਾ, ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਜਿਹੜੇ ਬਾਹਰ ਜਾਣਾ ਚਾਹੁੰਦੇ ਆ। ਬਾਕੀ ਜਿਹੜੇ ਸਬੰਧ ਆ ਤਣਾਅਪੂਰਨ ਬਣੇ ਆ, ਇਹ ਜ਼ਰੂਰ ਆਪਣੇ ਤੌਰ 'ਤੇ ਰਾਜਨੀਤਿਕ ਪੈਂਤੜੇ ਦੋਵੇਂ ਮੁਲਕ ਅਪਣਾ ਰਹੇ ਆ, ਦੋਵੇਂ ਇੱਕ ਦੂਜੇ 'ਤੇ ਇਲਜ਼ਾਮ ਲਾ ਰਹੇ। ਹੁਣ ਦੇਖਣਾ ਇਹ ਆ ਕਿ ਇਹ ਹੱਲ ਕਦੋਂ ਹੋਊਗਾ। ਬਸ਼ਰਤੇ ਕੈਨੇਡਾ ਜਾਣ ਵਾਲਿਆਂ ਨੂੰ ਕੋਈ ਬਹੁਤੀ ਚਿੰਤਾ ਕਰਨ ਦੀ ਇਸ ਮਾਮਲੇ ਵਿੱਚ ਲੋੜ ਨਹੀਂ। ਸੋ ਇਹ ਸੀ ਜੀ 2 ਖਬਰਾਂ ਜਿਨ੍ਹਾਂ 'ਤੇ ਗੱਲਬਾਤ ਕੀਤੀ। ਇੱਥੇ ਹੀ ਸਮਾਪਤੀ ਕਰਦੇ ਹਾਂ। ਧੰਨਵਾਦ।